ਵਿਰਾਸਤ ਟੀਵੀ ਦੇ ਨਾਲ ਜੁੜੇ ਆਪ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਜੀ ਆਇਆਂ ਨੂੰ ਆਖਦੇ ਹਾਂ ਪ੍ਰੋਗਰਾਮ ਕੁਝ ਪਲ ਕਿਤਾਬ ਦੇ ਨਾਲ ਵਿੱਚ। ਸਭ ਤੋਂ ਪਹਿਲਾਂ ਆਪ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ। ਉਮੀਦ ਤੇ ਅਰਦਾਸ ਕਰਦਾ ਜਿੱਥੇ ਕਿਤੇ ਹੋਵੋ ਪ੍ਰਮਾਤਮਾ ਅਕਾਲ ਪੁਰਖ ਅੱਲਾਹ ਤਾਲਾ ਦੇ ਭਾਣੇ ਵਿੱਚ ਆਪਣੀ ਜ਼ਿੰਦਗੀ ਨੂੰ ਬਤੀਤ ਕਰ ਰਹੇ ਹੋਵੋਗੇ। ਸੋ ਦੋਸਤੋ, ਪ੍ਰੋਗਰਾਮ ਦੇ ਵਿੱਚ ਅਸੀਂ ਖਾਸ ਤੌਰ ਤੇ ਗੱਲਬਾਤ ਕਰਦੇ ਹਾਂ ਕਿਸੇ ਇੱਕ ਕਿਤਾਬ ਦੇ ਬਾਰੇ। ਸਾਹਿਤ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਅਹਿਮੀਅਤ ਰੱਖਦਾ ਹੈ। ਜਦੋਂ ਤੁਸੀਂ ਸਾਹਿਤ ਨਾਲ ਜੁੜਦੇ ਆ, ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਨੂੰ ਪੜ੍ਹਦੇ ਆ, ਤਾਂ ਜ਼ਿੰਦਗੀ ਜਿਉਣ ਦੀ ਜੋ ਖੂਬਸੂਰਤੀ ਬਣਦੀ ਹੈ, ਜ਼ਿੰਦਗੀ ਜਿਉਣ ਦਾ ਜੋ ਆਨੰਦ ਸਾਡੇ ਅੰਦਰ ਪੈਦਾ ਹੁੰਦਾ ਹੈ, ਔਖੇ ਤੋਂ ਔਖੇ ਹਾਲਾਤਾਂ ਦਾ ਸਾਹਮਣਾ ਕਿਵੇਂ ਸੌਖਿਆਂ ਹੀ ਕਰਨਾ ਆ, ਫਿਰ ਉਹ ਮਾਨਸਿਕ ਟੈਨਸ਼ਨਾਂ ਹੋਣ, ਮਾਨਸਿਕ ਤਣਾਅ ਹੋਵੇ ਜਾਂ ਸਰੀਰਕ ਤੌਰ ਤੇ ਵੀ ਕੋਈ ਕਮਜ਼ੋਰੀ ਹੋਵੇ, ਇੱਥੋਂ ਤੱਕ ਉਦਾਹਰਨਾਂ ਮਿਲਦੀਆਂ ਨੇ ਸਾਡੇ ਸਮਾਜ ਦੇ ਵਿੱਚ ਜਿਉਂਦੀਆਂ ਜਾਗਦੀਆਂ ਕਿ ਅਜਿਹੀਆਂ ਬਿਮਾਰੀਆਂ ਜੋ ਲਾ ਇਲਾਜ ਨੇ ਔਰ ਜਿਨ੍ਹਾਂ ਦਾ ਹੱਲ ਹੀ ਕੋਈ ਨਹੀਂ, ਜਿਨ੍ਹਾਂ ਦਾ ਇਲਾਜ ਹੀ ਕੋਈ ਨਹੀਂ। ਔਰ ਲੱਗਦਾ ਵੀ ਸਾਨੂੰ ਨਾ ਇਸ ਵਕਤ ਅਸੀਂ ਡਾਕਟਰ ਨੂੰ ਅਪੀਲ ਕਰ ਦਈਏ ਵੀ ਤੂੰ ਸਾਨੂੰ ਜ਼ਹਿਰ ਦਾ ਟੀਕਾ ਲਾ ਕੇ ਮਾਰ ਮੁਕਾ ਦੇ, ਕਿਉਂਕਿ ਜ਼ਿੰਦਗੀ ਜਿਉਣ ਵਿੱਚ ਕੋਈ ਮਕਸਦ, ਕੋਈ ਸੁਰ ਸਵਾਦ ਨਹੀਂ ਰਹਿ ਗਿਆ। ਪਰ ਕਿਉਂਕਿ ਗੁਜ਼ਾਰਾ ਕੇਵਲ ਤੇ ਕੇਵਲ ਦਵਾਈਆਂ ਦੇ ਸਿਰ ਤੇ ਹੋਵੇ ਤੇ ਕਿੰਨਾ ਔਖਾ ਹੋ ਸਕਦਾ ਹੈ। ਪਰ ਉਸ ਔਖੇ ਨੂੰ ਵੀ ਸੌਖਿਆ ਕਿੱਦਾਂ ਕਰ ਸਕਦੇ ਆ, ਤੇ ਜਿਉਂਦੀ ਜਾਗਦੀ ਮਿਸਾਲ ਹੈਗੀ ਜੀ ਡਾਕਟਰ ਜੰਗ ਬਹਾਦਰ ਗੋਇਲ। ਉਹਨਾਂ ਦੀ ਲਿਖੀ ਹੋਈ ਕਿਤਾਬ ਸਾਹਿਤ ਸੰਜੀਵਨੀ ਬਾਕਮਾਲ ਹੈ। ਖੈਰ, ਔਰ ਉਹਦੇ ਵਿੱਚ ਬਹੁਤ ਸਾਰੀਆਂ ਉਦਾਹਰਨਾਂ ਨੇ, ਪਰ ਅੱਜ ਜਿਹੜੀ ਅਸੀਂ ਕਿਤਾਬ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ, ਇਸ ਕਿਤਾਬ ਦਾ ਵਿਸ਼ਾ ਤੁਸੀਂ ਕਿਸੇ ਵੀ ਧਰਮ, ਦੇਸ਼, ਰੰਗ, ਨਸਲ ਜਾਂ ਜ਼ਾਤ-ਪਾਤ ਯਾਨੀ ਕਿਸੇ ਵੀ ਕੁਟੁੰਬ ਕਬੀਲੇ ਦੇ ਨਾਲ ਸੰਬੰਧ ਰੱਖਦੇ ਹੋ, ਇੱਕ ਐਸਾ ਸੰਸਕਾਰ ਸਾਡੀ ਜ਼ਿੰਦਗੀ ਦੇ ਵਿੱਚ ਹੁੰਦਾ ਆ। ਹਰੇਕ ਧਰਮ ਦੀਆਂ ਮਰਿਆਦਾਵਾਂ ਵੱਖਰੀਆਂ ਹੋ ਸਕਦੀਆਂ ਨੇ, ਪਰੰਪਰਾਵਾਂ ਵੱਖਰੀਆਂ ਹੋ ਸਕਦੀਆਂ ਨੇ, ਰੀਤੀ ਰਿਵਾਜ ਵੱਖੋ ਵੱਖਰੇ ਹੋ ਸਕਦੇ ਨੇ, ਉਹਨਾਂ ਰੀਤੀ ਰਿਵਾਜਾਂ ਨੂੰ ਨਿਭਾਉਣ ਦਾ ਢੰਗ ਵੱਖੋ ਵੱਖਰਾ ਹੋ ਸਕਦਾ ਆ, ਪਰ ਮਕਸਦ ਇੱਕੋ ਹੀ ਹੈ ਕਿ ਕਿਵੇਂ ਜਿਹੜਾ ਪਤੀ ਔਰ ਪਤਨੀ ਦਾ ਸੁਮੇਲ ਹੋਣਾ ਆ ਸਮਾਜ ਦੇ ਵਿੱਚ, ਤੇ ਕਿਵੇਂ ਇੱਕ ਖੂਬਸੂਰਤ ਜ਼ਿੰਦਗੀ ਦੀ ਸ਼ੁਰੂਆਤ ਹੋਣੀ ਹੈ। ਤੇ ਜਦੋਂ ਅਸੀਂ ਦੂਜੇ ਧਰਮਾਂ ਦੀ ਗੱਲ ਕਰਦੇ ਹਾਂ, ਕਿਤੇ ਇਹਨੂੰ ਮੈਰਿਜ ਅੰਗਰੇਜ਼ੀ ਵਿੱਚ ਕਹਿੰਦੇ ਨੇ, ਨਿਕਾਹ ਕਿਹਾ ਜਾਂਦਾ ਆ, ਸ਼ਾਦੀ ਕਿਹਾ ਜਾਂਦਾ ਆ, ਵਿਆਹ ਕਿਹਾ ਜਾਂਦਾ ਆ। ਪਰ ਜਦੋਂ ਗੱਲ ਆਉਂਦੀ ਹੈ ਜੀ ਸਿੱਖ ਧਰਮ ਦੀ, ਤਾਂ ਇੱਥੇ ਆਨੰਦ ਕਾਰਜ ਦਾ ਨਾਮ ਦਿੱਤਾ ਗਿਆ ਹੈ। ਜੀ ਬਿਲਕੁਲ ਦੋਸਤੋ, ਅੱਜ ਜਿਸ ਕਿਤਾਬ ਦੇ ਬਾਬਤ ਗੱਲਬਾਤ ਕਰਨੀ ਹੈ ਉਸ ਕਿਤਾਬ ਦਾ ਨਾਮ ਹੀ ਆਨੰਦ ਕਾਰਜ ਹੈ। ਔਰ ਕਿਤਾਬ ਨੂੰ ਲਿਖਿਆ ਹੈ ਸਿੱਖ ਕੌਮ ਦੀ ਮਾਇਨਾਤ ਹਸਤੀ, ਸਤਿਕਾਰਯੋਗ ਸ਼ਖਸੀਅਤ, ਬੁੱਧੀਜੀਵੀ, ਪੰਥ ਦੇ ਵਿਦਵਾਨ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋਫੈਸਰ ਦਰਸ਼ਨ ਸਿੰਘ ਜੀ ਖਾਲਸਾ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਵੱਡਾ ਸਮਾਂ ਕੌਮ ਨੂੰ ਕੀਰਤਨ ਦੇ ਰਾਹੀਂ, ਗੁਰਬਾਣੀ ਵਿਚਾਰ ਦੇ ਰਾਹੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਨਾਲ ਜੋੜਨ ਵਿੱਚ ਬਿਤਾਇਆ। ਔਰ ਇਹ ਆਨੰਦ ਕਾਰਜ ਜੋ ਕਿ ਪਹਿਲਾਂ ਆਡੀਓ ਟੇਪ ਦੇ ਵਿੱਚ ਜਾਂ ਗੁਰਬਾਣੀ ਕਥਾ ਦੇ ਰੂਪ ਦੇ ਵਿੱਚ ਉਹਨਾਂ ਨੇ ਸੰਗਤਾਂ ਦੇ ਨਾਲ ਸਾਂਝਾ ਕੀਤਾ ਸੀ, ਪਰ ਸਿੱਖ ਫਾਊਂਡੇਸ਼ਨ ਨੇ ਇਹ ਉਪਰਾਲਾ ਕੀਤਾ ਔਰ ਉਸ ਉਪਰਾਲੇ ਦੇ ਤਹਿਤ ਉਹ ਸਾਰੀ ਵਿਆਖਿਆ ਨੂੰ ਜਿਹੜਾ ਆ ਕਲਮਬੰਦ ਕਰਕੇ ਕਿਤਾਬ ਦੇ ਰੂਪ ਵਿੱਚ ਤਿਆਰ ਕੀਤਾ ਗਿਆ। ਪ੍ਰੋਫੈਸਰ ਦਰਸ਼ਨ ਸਿੰਘ ਹੁਣਾਂ ਦੀ ਲਿਖੀ ਹੋਈ ਕਿਤਾਬ ਆਨੰਦ ਕਾਰਜ ਜਿਹੜੀ ਇਸ ਵਕਤ ਮੇਰੇ ਹੱਥ ਵਿੱਚ ਹੈਗੀ ਹੈ ਜੀ, ਥੋੜਾ ਸਾਈਜ਼ ਇਹਦਾ ਵੱਖਰਾ ਆ ਆਮ ਕਿਤਾਬਾਂ ਦੇ ਨਾਲੋਂ, ਔਰ ਕਿਤਾਬ ਦੇ ਕੁੱਲ 116 ਪੰਨੇ ਆ ਔਰ ਤਕਰੀਬਨ 10 ਵਿਸ਼ੇ ਛੋਹੇ ਗਏ ਨੇ। ਔਰ ਚਾਰੇ ਹੀ ਲਾਵਾਂ ਜੋ ਸੂਹੀ ਰਾਗ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਨੇ ਉਚਾਰਨ ਕੀਤੀਆਂ, ਉਹਨਾਂ ਲਾਵਾਂ ਦੇ ਬਾਬਤ ਇਸ ਕਿਤਾਬ ਦੇ ਵਿੱਚ ਵਿਸਥਾਰਪੂਰਵਕ ਜਾਣਕਾਰੀ ਔਰ ਸਮੇਂ ਦੇ ਨਾਲ ਮੁਤੱਲਕ ਕਰਕੇ ਕਿ ਅੱਜ ਦੇ ਸਮੇਂ ਦੇ ਵਿੱਚ ਉਹਨਾਂ ਲਾਵਾਂ ਦੀ ਕੀ ਮਹਾਨਤਾ ਹੈਗੀ ਹੈ, ਸਿੱਖ ਧਰਮ ਦੇ ਵਿੱਚ ਇਹਨੂੰ ਆਨੰਦ ਦਾ ਕਾਰਜ ਕਿਉਂ ਕਿਹਾ ਗਿਆ, ਕਿਉਂਕਿ ਆਨੰਦ ਦਾ ਕੋਈ ਉਲਟ ਸ਼ਬਦ ਜਿਹੜਾ ਹੈ ਨਾ ਉਹ ਨਹੀਂ ਹੈਗਾ। ਖੁਸ਼ੀ ਦਾ ਗਮ ਹੋ ਸਕਦਾ ਹੈ, ਪਰ ਆਨੰਦ ਆਪਣੇ ਆਪ ਦੇ ਵਿੱਚ ਆਨੰਦ ਹੈ। ਸੋ ਉਹ ਆਨੰਦ ਕਿੱਦਾਂ ਬਣਨਾ ਆ, ਕਿਵੇਂ ਉਹ ਜ਼ਿੰਦਗੀ ਜਿਹੜੀ ਹੈ ਮੀਆਂ ਬੀਬੀ ਨੇ ਕਿਵੇਂ ਗੁਜ਼ਾਰਨੀ ਹੈ, ਜੋ ਸਤਿਗੁਰ ਸੱਚੇ ਪਾਤਸ਼ਾਹ ਦਾ ਇਸ ਜੀਵ ਆਤਮਾ ਨੂੰ ਉਪਦੇਸ਼ ਹੈਗਾ ਆ, ਉਹਨੂੰ ਬਹੁਤ ਹੀ ਮਾਡਰਨ ਤਰੀਕੇ ਦੇ ਨਾਲ ਜਿਹੜੇ ਆ ਉਹਦੀ ਵਿਆਖਿਆ ਕਰਕੇ ਬਹੁਤ ਖੂਬਸੂਰਤੀ ਦੇ ਨਾਲ ਜਿਹੜਾ ਸ਼ਬਦਾਂ ਦੇ ਵਿੱਚ ਪਰੋ ਕੇ, ਜਦੋਂ ਕੋਈ ਵੀ ਵਿਅਕਤੀ ਕਿਸੇ ਵੀ ਧਰਮ, ਜਾਤ, ਰੰਗ, ਮਜ਼ਹਬ ਦਾ ਹੋਵੇ, ਜੇ ਉਹ ਆਨੰਦ ਕਾਰਜ ਕਿਤਾਬ ਨੂੰ ਪੜ੍ਹਦਾ ਆ
ਤੇ ਉਹਨੂੰ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਹੋਊਗਾ ਆਪਣੇ ਪਾਰਟਨਰ ਦੇ ਪ੍ਰਤੀ। ਦੋਵਾਂ ਦੇ ਆਪਸ ਵਿੱਚ ਕੀ ਜ਼ਿੰਮੇਵਾਰੀਆਂ ਨੇ, ਦੋਵਾਂ ਦੇ ਆਪਸ ਵਿੱਚ ਕੀ ਫਰਜ਼ ਹੈਗੇ ਨੇ, ਦੋਵਾਂ ਨੇ ਜ਼ਿੰਦਗੀ ਨੂੰ ਕਿੰਨਾ ਖੂਬਸੂਰਤ ਬਣਾਉਣਾ ਆ, ਕਿੱਦਾਂ ਬਣਾਉਣਾ ਆ, ਤੇ ਜਿਹੜੀ ਆਉਣ ਵਾਲੀ ਸੰਤਾਨ ਹੈ ਉਹਦੇ ਵਾਸਤੇ ਕੀ ਫਰਜ਼, ਕੀ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ, ਉਹਨੂੰ ਬਾਖੂਬੀ ਇਸ ਕਿਤਾਬ ਦੇ ਰਾਹੀਂ ਕਲਮਬੱਧ ਕੀਤਾ ਹੋਇਆ ਹੈ। ਬੜਾ ਸੁੰਦਰ ਜ਼ਿਕਰ ਕੀਤਾ ਆ। ਕਹਿੰਦੇ ਬਈ ਗੁਰੂ ਰਾਮਦਾਸ ਜੀ ਨੇ ਸੂਹੀ ਰਾਗ ਦੇ ਵਿੱਚ ਲਾਵਾਂ ਦੇ ਸ਼ਬਦ ਦੇ 4 ਪਦਾਂ ਰਾਹੀਂ ਜਿਸ ਗ੍ਰਹਿਸਤ ਰੂਪ ਪ੍ਰਵਿਰਤੀ ਮਾਰਗ ਨੂੰ ਸਹਿਜ ਆਨੰਦ ਦੀ ਦਿਸ਼ਾ ਦਿੱਤੀ, ਉਸ ਮਾਰਗ ਦੇ ਦੋਵੇਂ ਪਾਸੇ ਗੁਰੂ ਉਪਦੇਸ਼ ਦੇ ਨਿਰਮਲ ਭਾਵ ਵਿੱਚੋਂ ਪੈਦਾ ਹੋਏ ਬੈਰਾਗ ਅਤੇ ਚਾਉ ਦੀ ਇੱਕ ਸਾਰਤਾ ਦਾ ਸਹਿਜ ਸਾਧ ਸੰਗਤ ਨਾਮ ਦੀਆਂ ਹਰ ਧੁਨਾਂ ਦੀ ਹਰਿਆਵਲ ਵਿਛਾ ਦਿੱਤੀ ਤੇ ਇਸ ਤਰ੍ਹਾਂ ਇਹਨੂੰ ਪੂਰਨ ਪਰਮਾਨੰਦ ਪ੍ਰਭੂ ਦੀ ਪ੍ਰਾਪਤੀ ਦਾ ਪ੍ਰਧਾਨ ਮਾਰਗ ਬਣਾ ਦਿੱਤਾ। ਜਿਵੇਂ ਭਾਈ ਗੁਰਦਾਸ ਜੀ ਲਿਖਦੇ ਨੇ ਨਾ ਕਿ ਸਕਲ ਧਰਮ ਮੈਂ ਗ੍ਰਹਿਸਤ ਪ੍ਰਧਾਨ ਹੈ। ਗੁਰੂ ਜੀ ਨੇ ਗ੍ਰਹਿਸਤ ਨੂੰ ਕੇਵਲ 2 ਸਰੀਰਾਂ ਦਾ ਮਿਲਾਪ ਨਾ ਆਖ ਕੇ ਇੱਕ ਜੋਤ ਦੀ ਸੰਗਿਆ ਦਿੱਤੀ, ਜਿੱਥੇ ਗ੍ਰਹਿਸਤ ਜੀਵਨ ਵਿੱਚ ਤਰੇੜਾਂ ਪੈਦਾ ਕਰਨ ਵਾਲੇ ਭਿੰਨ ਭੇਦ, ਹਉਮੈ, ਖੁਦਗਰਜ਼ੀ ਤੇ ਸ਼ੰਕਿਆਂ ਲਈ ਕੋਈ ਥਾਂ ਹੀ ਨਹੀਂ ਰਹਿ ਜਾਂਦੀ ਤੇ ਪਿਆਰ, ਵਿਸ਼ਵਾਸ, ਹਮਦਰਦੀ, ਕੁਰਬਾਨੀ ਤੇ ਸੱਚ ਇਹਦੇ ਵਿੱਚ ਆ ਜਾਂਦੇ ਆ, ਜੋ ਕਿ ਜੀਵਨ ਵਿੱਚ ਵਿਸਮਾਦੀ ਆਨੰਦ ਪੈਦਾ ਕਰਦੇ ਆ। ਇਸ ਤਰ੍ਹਾਂ ਇਹ ਵਿਆਹ ਆਨੰਦ ਕਾਰਜ ਬਣ ਜਾਂਦਾ ਹੈ। ਅੱਜ ਸਮਾਜ ਵਿੱਚ ਕੇਵਲ ਰਸਮਾਂ ਰਾਹੀਂ ਸਰੀਰਕ ਭੁੱਖ ਜਾਂ ਖੁਦਗਰਜ਼ੀਆਂ ਵਿੱਚੋਂ ਜਨਮ ਲੈਂਦੇ ਵਿਆਹੇ ਜੋੜਿਆਂ ਦੇ ਜੀਵਨ ਵਿੱਚ ਕੁਝ ਸਮੇਂ ਬਾਅਦ ਹੀ ਆਨੰਦ, ਸਨੇਹ ਤੇ ਜੀਵਨ ਦੀ ਸਫਲਤਾ ਗਵਾਚੀ ਹੋਈ ਦਿਸਦੀ ਹੈ। ਖੁਸ਼ੀਆਂ, ਗੀਤਾਂ ਅਤੇ ਸ਼ਗਨਾਂ ਨਾਲ ਵਿਆਹ ਕੇ ਲਿਆਂਦੀਆਂ ਹੋਈਆਂ ਨੂੰਹਾਂ ਸੜ ਰਹੀਆਂ ਨੇ ਤੇ ਪਰਿਵਾਰਕ ਹਾਲਾਤ ਗ੍ਰਹਿਸਤ ਨੂੰ ਤਲਾਕ ਦੀ ਸਥਿਤੀ ਤੱਕ ਲੈ ਜਾਂਦੇ ਆ। ਸਿੱਟੇ ਵਜੋਂ ਪਰਿਵਾਰ ਟੁੱਟ ਜਾਂਦੇ ਆ ਤੇ ਸੰਤਾਨਾਂ ਰੁੱਲ ਜਾਂਦੀਆਂ ਨੇ ਤੇ ਜੀਵਨ ਦੇ ਵਿੱਚ ਕੇਵਲ ਦੁੱਖ ਹੀ ਦੁੱਖ ਰਹਿ ਜਾਂਦਾ ਹੈ। ਔਰ ਬਦਕਿਸਮਤੀ ਹੈ ਕਿ ਇਹ ਸਾਰਾ ਕੁਝ ਸਿੱਖ ਪਰਿਵਾਰਾਂ ਦੇ ਵਿੱਚ ਵਾਪਰ ਰਿਹਾ ਹੈ, ਜਿੱਥੇ ਅਸੀਂ ਕਹਿੰਦੇ ਹਾਂ ਜੀ ਗੁਰੂ ਮਰਿਆਦਾ ਅਨੁਸਾਰ ਵਿਆਹ ਹੋਇਆ, ਜਿੱਥੇ ਅਸੀਂ ਕਹਿੰਦੇ ਹਾਂ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਵਿਆਹ ਹੋਇਆ, ਜਿੱਥੇ ਅਸੀਂ ਕਹਿੰਦੇ ਹਾਂ ਕਿ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਆਨੰਦ ਕਾਰਜ ਕੀਤਾ ਗਿਆ। ਪਰ ਹਾਲਾਤ ਕੈਸੇ ਨੇ ਕਿ ਵਿਆਹ ਦੀਆਂ ਰਸਮਾਂ 1 ਮਹੀਨਾ ਪਹਿਲਾਂ ਸ਼ੁਰੂ ਹੋ ਜਾਂਦੀਆਂ ਨੇ। ਰਸਮੋ ਰਿਵਾਜ, ਲਟਰਮ ਸ਼ਟਰਮ, ਬਹੁਤ ਕੁਝ ਰਵਾਇਤਾਂ ਜਿਹੜੀਆਂ ਨੇ ਰਵਾਇਤੀ ਉਹ ਸ਼ੁਰੂ ਹੋ ਜਾਂਦੀਆਂ ਨੇ। ਪਰ ਜਿਹੜਾ ਮੂਲ ਸੀ ਆਨੰਦ ਕਾਰਜ ਦਾ ਉਹ ਅਸੀਂ ਕੁਝ ਕੁ ਮਿੰਟਾਂ, ਚੰਦ ਮਿੰਟਾਂ ਦੇ ਵਿੱਚ, ਮੈਨੂੰ ਨਹੀਂ ਲੱਗਦਾ ਵੀ ਕੋਈ ਆਨੰਦ ਕਾਰਜ ਵਿੱਚ ਜਿਹੜਾ ਆ ਆਮ ਤੌਰ 'ਤੇ ਜਿਹੜੇ ਸਿੱਖਾਂ ਦੇ ਵਿੱਚ ਹੁੰਦੇ ਆ ਵੀ ਉੱਥੇ 1 ਘੰਟਾ ਜਿਹੜਾ ਆ ਉਹ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸਪੈਂਡ ਕੀਤਾ ਜਾਂਦਾ ਹੋ। ਮੈਨੂੰ ਨਹੀਂ ਲੱਗਦਾ ਕਿ ਜਿਹੜੇ ਦਾਅਵਾ ਕਰਦੇ ਨੇ ਕਿ ਅਸੀਂ ਲਾਵਾਂ ਲੈ ਕੇ ਆਨੰਦ ਕਾਰਜ ਕੀਤਾ ਆ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਫੇਰੇ ਲੈ ਕੇ ਆਨੰਦ ਕਾਰਜ ਕੀਤਾ ਆ, ਉਹਨਾਂ ਦੋਨਾਂ ਜੀਆਂ ਦੇ ਵਿੱਚੋਂ, ਪਤੀ ਜਾਂ ਪਤਨੀ ਵਿੱਚੋਂ 4 ਲਾਵਾਂ ਦੇ ਵਿੱਚੋਂ ਕੋਈ 1 ਲਾਂ ਦਾ ਪਾਠ ਵੀ ਜ਼ੁਬਾਨੀ ਯਾਦ ਹੋਵੇ। ਫਿਰ ਹਾਲਾਤ ਉਹੀ ਨੇ ਵੀ ਇਹ ਕੇਵਲ ਅਸੀਂ ਰਸਮੋ ਰਿਵਾਜ ਬਣਾ ਲਿਆ ਵੀ ਆਨੰਦ ਕਾਰਜ ਦਾ ਕੰਸੈਪਟ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ, ਜਦ ਕਿ ਇਹ ਗੱਲ ਸਮਝਣੀ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੁਆਲੇ ਲਈਆਂ ਜਾਂਦੀਆਂ 4 ਪਰਿਕਰਮਾਵਾਂ ਕੇਵਲ ਰਸਮ ਨਹੀਂ ਹੈ, ਬਲਕਿ ਸਿੱਖ ਲਈ ਉਹ ਇਸ ਗੱਲ ਦਾ ਵਿਸ਼ਵਾਸ ਨੇ ਕਿ ਉਹਦੇ ਜੀਵਨ ਦਾ ਹਰ ਕਦਮ ਬਾਣੀ ਗੁਰੂ ਨੂੰ ਜੀਵਨ ਸਫਰ ਦਾ ਕੇਂਦਰ ਮੰਨ ਕੇ ਹੀ ਚੁੱਕਿਆ ਜਾਵੇਗਾ। ਅੱਜ ਲੋੜ ਹੈ ਕਿ ਸਿੱਖ ਨੌਜਵਾਨ ਪੀੜ੍ਹੀ ਇਸ ਗੁਰੂ ਦੀ ਬਖਸ਼ਿਸ਼ ਨੂੰ ਸਮਝਣ ਦੀ ਕੋਸ਼ਿਸ਼ ਕਰੇ। ਸੋ ਮੈਂ ਸਮਝਦਾ ਵੀ ਅੱਜ ਦੇ ਇਸ ਸਮੇਂ ਦੇ ਵਿੱਚ ਜਦੋਂ ਵਿਆਹ ਦੇ ਜਿਹੜੀ ਪਰੰਪਰਾ ਹੈਗੀ ਹੈ ਕਿਤੇ ਨਾ ਕਿਤੇ ਟੁੱਟਦੀ ਨਜ਼ਰ ਆ ਰਹੀ ਹੈ, ਕਿਤੇ ਨਾ ਕਿਤੇ ਰਿਸ਼ਤਿਆਂ ਦੇ ਵਿੱਚ ਦੁਫੈੜ ਪੈਦਾ ਹੋ ਰਹੇ ਨੇ, ਆਪਸੀ ਅਣਬਣ ਜਾਂ ਤਲਾਕ ਦੇ ਮਾਮਲੇ ਵਿੱਚ ਵਾਧਾ ਹੋ ਰਿਹਾ ਆ। ਪਹਿਲੀ ਗੱਲ ਤਾਂ ਮੈਂ ਇਹ ਸਮਝਦਾ ਜੇ ਇਸ ਕਿਤਾਬ ਦੀ, ਕਿਉਂਕਿ ਅੱਜ ਗੱਲ ਕਰ ਰਹੇ ਹਾਂ ਵੀ ਜੇ ਆਨੰਦ ਕਾਰਜ ਕਰਵਾਉਣ ਤੋਂ ਪਹਿਲਾਂ ਖਾਸ ਤੌਰ 'ਤੇ ਮੈਂ ਸਿੱਖ ਪਰਿਵਾਰਾਂ ਨੂੰ ਜਿਹੜਾ ਸੰਬੋਧਿਤ ਹੋ ਕੇ ਗੱਲ ਕਰਨੀ ਚਾਹੁੰਦਾ ਵੀ ਇਹ ਕੋਸ਼ਿਸ਼ ਕਰੀਏ ਕਿ ਇੰਗੇਜਮੈਂਟ ਦੇ ਉੱਤੇ ਜਦੋਂ ਅਸੀਂ ਜਾਂਦੇ ਹਾਂ, ਹੋਰ ਰੀਤੀ ਰਿਵਾਜ ਕਰਦੇ ਹਾਂ, ਇਹ ਵੀ ਇੱਕ ਪਰੰਪਰਾ ਬਣਾ ਲਈਏ ਕਿ ਆਨੰਦ ਕਾਰਜ ਹੋਣ ਤੱਕ, ਇੰਗੇਜਮੈਂਟ ਤੋਂ ਬਾਅਦ ਮੀਆਂ ਬੀਬੀ ਦੋਨੋਂ ਹੀ ਆਨੰਦ ਕਾਰਜ ਨਾਮੀ ਇਹ ਕਿਤਾਬ ਵਿਚਾਰ ਲੈਣ, ਉਹਨੂੰ ਪੜ੍ਹ ਲੈਣ, ਉਹਨੂੰ ਸਮਝ ਲੈਣ। ਤੇ ਜੇ ਆਨੰਦ ਕਾਰਜ ਹੋ ਚੁੱਕਿਆ ਆ ਫਿਰ ਵੀ ਕਿਤੇ ਥੋੜ੍ਹੀ ਬਹੁਤੀ ਅਣਬਣ ਹੈਗੀ ਹੈ ਤਾਂ ਹੁਣ ਵੀ ਇਹ ਕਿਤਾਬ ਪੜ੍ਹੀ ਜਾ ਸਕਦੀ ਹੈ ਵੀ ਜਿਸ ਦਿਨ ਸਾਡਾ ਆਨੰਦ ਕਾਰਜ ਹੋਇਆ ਸੀ ਸਤਿਗੁਰ ਸੱਚੇ ਪਾਤਸ਼ਾਹ ਨੇ ਇਸ ਜੀਵ ਆਤਮਾ ਦੀਆਂ ਕੀ ਡਿਊਟੀਆਂ ਲਾਈਆਂ ਸੀ, ਕੀ ਜ਼ਿੰਮੇਵਾਰੀਆਂ ਸਾਨੂੰ ਦਿੱਤੀਆਂ ਸੀ। ਅਸੀਂ ਮੰਨਦੇ ਹਾਂ ਕਿ ਵਿਆਹ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਤੇ ਜਦੋਂ ਬੰਦਾ ਵਿਆਹ ਕਰਾ ਲੈਂਦਾ ਆ ਫਿਰ ਕਹਿੰਦਾ ਜੀ ਪਹਿਲਾਂ ਜ਼ਿੰਦਗੀ ਵਧੀਆ ਸੀ ਜੀ, ਹੁਣ ਤਾਂ ਮੈਂ ਕਬੀਲਦਾਰੀ ਦੇ ਵਿੱਚ ਫਸ ਗਿਆ। ਸੋ ਇੱਕ ਕਬੀਲਦਾਰੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ, ਪਰ ਉਹਨੂੰ ਨਿਭਾਓਗੇ ਨਾ,
ਉਹਨੂੰ ਨਿਭਾਉਂਦਿਆਂ ਆਤਮਿਕ ਤੌਰ ਤੇ ਜਿੱਥੇ ਅਸੀਂ ਮਜ਼ਬੂਤ ਹੋਵਾਂਗੇ ਨਾ, ਤੇ ਸਮਾਜਿਕ ਤੌਰ ਤੇ ਜਾਂ ਪਰਿਵਾਰਕ ਤੌਰ ਤੇ ਵੀ ਜਿਹੜੀਆਂ ਸਮੱਸਿਆਵਾਂ ਦੇ ਨਾਲ ਅਸੀਂ ਜਿਹੜਾ ਆ ਯੁੱਧ ਕਰ ਰਹੇ ਹਾਂ, ਜੰਗ ਕਰ ਰਹੇ ਹਾਂ, ਉਹਦੇ ਵਿੱਚ ਸਾਨੂੰ ਬੜੀ ਵੱਡੀ ਜਿੱਤ ਪ੍ਰਾਪਤ ਹੋਊਗੀ। ਦੋਵਾਂ ਜੀਆਂ ਨੂੰ ਇੱਕ ਦੂਜੇ ਨੂੰ ਸਮਝਣਾ, ਉਹ ਗੁਣ ਧਾਰਨ ਕਰਨੇ, ਕੇਵਲ ਪਤਨੀ ਨੇ ਨਹੀਂ ਬਲਕਿ ਪਤੀ ਨੇ ਵੀ ਉਹ ਜ਼ਿੰਮੇਵਾਰੀ ਸਾਨੂੰ ਜਿਹੜੀ ਹੈ, ਕਿਉਂਕਿ ਕਈ ਵਾਰੀ ਇਦਾਂ ਹੁੰਦਾ ਹੈ ਨਾ, ਅਸੀਂ ਆਮ ਤੌਰ ਤੇ ਕਹਿੰਦੇ ਹਾਂ ਗੁਰਬਾਣੀ ਪੜ੍ਹੋ, ਗੁਰਬਾਣੀ ਸਮਝੋ, ਗੁਰਬਾਣੀ ਕੀ ਕਹਿੰਦੀ ਹੈ ਉਹਨੂੰ ਸਮਝਣ ਦਾ, ਉਹਨੂੰ ਵਿਚਾਰਨ ਦਾ ਯਤਨ ਕਰੋ, ਪਰ ਇਹ ਨਹੀਂ ਦੱਸਦਾ ਵੀ ਕਿਸ ਢੰਗ ਦੇ ਨਾਲ। ਸੋ ਮੈਂ ਸਮਝਦਾ ਵੀ ਆਨੰਦ ਕਾਰਜ ਦੀ, ਜੇ ਮੈਂ ਕਹਾਂ ਬਈ 4 ਲਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਸਤਿਗੁਰ ਸੱਚੇ ਪਾਤਸ਼ਾਹ ਨੇ ਕੀ ਉਪਦੇਸ਼ ਦਿੱਤਾ ਆ, ਸ਼ਾਇਦ ਇੱਕ ਔਖਾ ਕਾਰਜ ਹੋਊਗਾ, ਪਰ ਆਨੰਦ ਕਾਰਜ ਕਿਤਾਬ ਤੁਹਾਡੀ ਜ਼ਿੰਦਗੀ ਦੇ ਵਿੱਚ ਜਾਂ ਖਾਸ ਤੌਰ ਤੇ ਵਿਆਹੁਤਾ ਜੀਵਨ ਦੇ ਵਿੱਚ, ਔਰ ਉਹਦੇ ਨਾਲ ਹੀ ਨਾਲ ਕਿਉਂਕਿ ਵਿਆਹੁਤਾ ਜੀਵਨ ਸਮਾਜਿਕ ਤੌਰ ਤੇ ਹੈ, ਪਰ ਧਾਰਮਿਕ ਤੌਰ ਤੇ, ਅਧਿਆਤਮਕਤਾ ਦੇ ਤੌਰ ਤੇ ਵੀ ਜਿਹੜੇ ਆ ਪਰਮਾਤਮਾ ਦੇ ਨਾਲ ਲਿਵ ਕਿਵੇਂ ਸਾਂਝੀ ਕਰਨੀ ਹੈ, ਉਹਦੇ ਦਰ ਤੇ ਕਿੱਦਾਂ ਪ੍ਰਵਾਨ ਹੋਣਾ ਆ, ਤੇ ਜਿਹੜੀਆਂ ਗਾਂ ਅਸੀਂ ਔਲਾਦ ਜੰਮਣੀ ਹੈ ਸਾਡੇ ਘਰੇ, ਜੋ ਪਰਮਾਤਮਾ ਨੇ ਬਖਸ਼ਿਸ਼ ਕਰਨੀ ਹੈ ਧੀ ਜਾਂ ਪੁੱਤਰ ਦੇ ਰੂਪ ਦੇ ਵਿੱਚ, ਉਹਦੀ ਪਾਲਣ ਪੋਸ਼ਣਾ, ਉਹਦੀ ਪਰਵਰਿਸ਼ ਅਸੀਂ ਕਿਸ ਜਿਹੜੇ ਸਿਧਾਂਤ ਦੇ ਅਧੀਨ ਕਰਨੀ ਹੈ, ਕਿ ਉਹਦੇ ਨਾਲ ਮੋਹ ਵਿੱਚ ਫਸਣਾ ਆ, ਜੋ ਉਹ ਵੀ ਇੱਕ ਜ਼ਿੰਮੇਵਾਰੀ ਸਮਝਣੀ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਅੱਲਾਹ ਤਾਲਾ ਪਰਮਾਤਮਾ ਭਰੀਪੂਰਨ ਵਾਹਿਗੁਰੂ ਨੇ ਇਹ ਬਖਸ਼ਿਸ਼ ਕੀਤੀ ਹੈ, ਇਹ ਤੋਹਫਾ ਦਿੱਤਾ ਆ, ਇਹ ਜ਼ਿੰਮੇਵਾਰੀ ਲਾ ਦਿੱਤੀ ਹੈ ਵੀ ਇਹਨੂੰ ਇੱਕ ਚੰਗਾ ਨਾਗਰਿਕ, ਚੰਗਾ ਇਨਸਾਨ ਬਣਾ ਕੇ ਸਮਾਜ ਵਿੱਚ ਭੇਜਣਾ ਆ, ਤਾਂ ਕਿ ਇੱਕ ਨਰੋਏ ਸਮਾਜ ਦੀ ਜਿਹੜੀ ਹੈ ਸਿਰਜਣਾ ਕੀਤੀ ਜਾ ਸਕੇ। ਸੋ ਇਸ ਕਿਤਾਬ ਦੇ ਰਾਹੀਂ ਮੈਂ ਸਮਝਦਾ ਵੀ ਇਹ ਜਿਹੜਾ ਸੁਨੇਹਾ ਆ ਆਨੰਦ ਕਾਰਜ ਦੇ ਜਿਹੜਾ ਸਿਧਾਂਤ ਦਾ, ਔਰ ਉਹ ਅਧਿਆਤਮਿਕ ਤੌਰ ਤੇ ਵੀ, ਸਮਾਜਿਕ ਤੌਰ ਤੇ ਵੀ, ਪਰਿਵਾਰਕ ਤੌਰ ਤੇ ਵੀ ਸਾਨੂੰ ਬਹੁਤ ਕੁਝ ਸਿੱਖਣ ਵਾਸਤੇ ਦੇ ਸਕਦਾ ਹੈ। ਕਿਉਂਕਿ ਜੇ ਮੈਂ ਇਹਦੀ ਸਮਰੀ ਤੁਹਾਡੇ ਨਾਲ ਸਾਂਝੀ ਕਰਾਂ ਤੇ ਕਿਤਾਬ ਦਾ ਉਹ ਲੁਤਫ ਜੋ ਤੁਸੀਂ ਇਹਨੂੰ ਪੜ੍ਹ ਕੇ ਲੈਣਾ ਆ, ਕਿਤੇ ਨਾ ਕਿਤੇ ਉਹ ਕਾਫੀ ਘਟ ਜਾਊਗਾ। ਸੋ ਸਮਰੀ ਨਹੀਂ, ਮੈਂ ਕਿਤਾਬ ਦੇ ਬਾਰੇ ਤੁਹਾਨੂੰ ਥੋੜਾ ਜਿਹਾ ਦੱਸ ਦਿੱਤਾ ਆ ਵੀ ਵਿਆਹੁਤਾ ਜੀਵਨ ਜੇ ਸ਼ੁਰੂ ਕਰਨ ਜਾ ਰਹੇ ਹੋ ਸਾਡੇ ਸਿੱਖ ਨੌਜਵਾਨ, ਤਾਂ ਕਿਤਾਬ ਨੂੰ ਇੱਕ ਵਾਰੀ ਜ਼ਰੂਰ ਪੜ੍ਹ ਲੈਣ, ਚਾਹੇ PDF ਰੂਪ ਵਿੱਚ ਮਿਲਦੀ ਹੈ ਜਾਂ ਮੁੱਲ ਤੁਹਾਨੂੰ ਕਿਤੋਂ ਵੀ ਬੁੱਕ ਸੈਲਰ ਤੋਂ ਮਿਲ ਸਕਦੀ ਹੈ। 116 ਕੋ ਪੰਨਿਆਂ ਦੀ ਕਿਤਾਬ ਹੈ, ਤੇ ਓਵਰਆਲ ਗੱਲ ਕਰੀ 116 ਦੇ ਵਿੱਚੋਂ ਵੀ ਤਕਰੀਬਨ 100 ਕੋ ਪੰਨਾ ਹੀ ਆ ਜਿਹੜਾ ਪੜ੍ਹਨਾ ਆ, ਕਿਉਂਕਿ ਵਿੱਚ ਕੁਝ ਗੈਪਸ ਹੈਗੇ ਨੇ, ਕੁਝ ਸ਼ਬਦ ਜਿਹੜੇ ਨੇ ਆਰੰਭਤਾ ਵੇਲੇ ਦਿੱਤੇ ਹੋਏ ਨੇ, ਔਰ ਕਿਤਾਬ ਦੀ ਛਪਾਈ, ਕਿਤਾਬ ਦੀ ਡਿਜ਼ਾਈਨਿੰਗ, ਗ੍ਰਾਫਿਕਸ ਔਰ ਲੁੱਕ ਜਿਹੜੀ ਹੈ ਉਹ ਬਹੁਤ ਖੂਬਸੂਰਤ ਹੈ। ਤੁਸੀਂ ਹੱਥ ਵਿੱਚ ਲੈ ਕੇ ਕਿਤਾਬ ਪੜ੍ਹ ਰਹੇ ਹੋਵੋਗੇ ਨਾ, ਉਹਦੇ ਵਿੱਚ ਵੀ ਤੁਹਾਨੂੰ ਇੱਕ ਸਕੂਨ ਮਿਲੂਗਾ, ਔਰ ਵਿਸ਼ਾ ਵਸਤੂ ਉਹ ਤਾਂ ਹੈ ਹੀ ਬਾ ਕਮਾਲ, ਸਾਡੀ ਜ਼ਿੰਦਗੀ ਦੇ ਨਾਲ ਬਿਲਕੁਲ ਨਿੱਜੀ ਤੌਰ ਤੇ ਜੁੜਿਆ ਹੋਇਆ ਹੈ। ਉਮੀਦ ਕਰਦਾ ਹਾਂ ਦੋਸਤੋ ਕਿ ਇਸ ਕਿਤਾਬ ਦੇ ਬਾਰੇ ਜਿੰਨੀ ਕੋਈ ਜਾਣਕਾਰੀ ਦਿੱਤੀ ਹੈ ਉਹ ਤੁਹਾਨੂੰ ਚੰਗੀ ਲੱਗੀ ਹੋਏਗੀ। ਸੋ ਇੱਕ ਨਵੀਂ ਕਿਤਾਬ ਦੇ ਨਾਲ ਫਿਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਰੂਬਰੂ ਹੋਵਾਂਗਾ, ਔਰ ਉਸ ਕਿਤਾਬ ਦੀ ਖਾਸੀਅਤ ਬਾਰੇ ਤੁਹਾਨੂੰ ਦੱਸਾਂਗਾ। ਹੁਣ ਉਹ ਖਾਸੀਅਤ ਜਾਂ ਉਹ ਖਾਸ ਕੀ ਹੈ ਉਹ ਤੁਸੀਂ ਖੁਦ ਵੇਖਣਾ ਆ, ਔਰ ਉਹਨੂੰ ਪੜ੍ਹ ਕੇ ਇੰਪਲੀਮੈਂਟ ਕਰਕੇ ਤੁਸੀਂ ਜ਼ਿੰਦਗੀ ਦੇ ਵਿੱਚ ਸਫਲ ਹੋ ਸਕਦੇ ਆ। ਕਿਉਂਕਿ ਮੈਂ ਇਹ ਸਮਝਦਾ ਵੀ ਜਿਹੜੀ ਇਹ ਕਿਤਾਬ ਨਾ, ਜਦੋਂ ਮੋਟੀਵੇਸ਼ਨਲ ਕਿਤਾਬਾਂ ਪੜ੍ਹਦੇ ਆ, ਇਹ ਕਿਤਾਬ ਕੁਝ ਉੱਦਾਂ ਦੀ ਹੋਆ, ਇਹ ਸਾਨੂੰ ਮੋਟੀਵੇਟ ਕਰੂਗੀ ਆਪਣੇ ਆਪ ਪ੍ਰਤੀ, ਆਪਣੇ ਪਾਰਟਨਰ ਪ੍ਰਤੀ ਤੇ ਆਪਣੇ ਬੱਚਿਆਂ ਪ੍ਰਤੀ ਵੀ ਸਾਨੂੰ ਸੁਚੇਤ ਕਰੂਗੀ। ਫਿਰ ਉਹ ਚਾਹੇ ਪਤਨੀ ਦੇ ਰੂਪ ਵਿੱਚ ਹੈ ਜਾਂ ਫਿਰ ਪਤੀ ਦੇ ਰੂਪ ਦੇ ਵਿੱਚ ਹੈ, ਸਾਨੂੰ ਜ਼ਿੰਮੇਵਾਰ ਬਣਨ ਦਾ ਸੁਨੇਹਾ ਦਿੰਦੀ ਹੈ ਇਹ ਕਿਤਾਬ ਆਨੰਦ ਕਾਰਜ। ਲੇਖਕ ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ ਤੇ ਪ੍ਰਕਾਸ਼ਕ ਸਿੱਖ ਫਾਊਂਡੇਸ਼ਨ। ਮਿਲਦੇ ਹਾਂ ਜੀ ਕਿਸੇ ਅਗਲੀ ਕਿਤਾਬ ਦੇ ਰਿਵਿਊ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।